ਮਸਲਾ ਗੁਰਦੁਆਰਾ ਸਾਹਿਬ ਦੀ ਗੋਲਕ ਨਾਲ ਜੁੜਿਆ। ਗੋਲਕ ਦੀ ਗੱਲ ਜਦੋਂ ਵੀ ਤੁਰਦੀ ਹੈ ਕਿਉਂਕਿ ਸਿੱਖ ਕੌਮ ਦੇ ਵਿੱਚ, ਸਿੱਖ ਧਰਮ ਦੇ ਅੰਦਰ ਦਸਵੰਧ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਕਿਉਂਕਿ ਗੁਰੂ ਦੇ ਸੰਦੇਸ਼ਾਂ ਦੇ ਮੁਤਾਬਕ ਦਸਵੰਧ ਕੱਢਣ ਦੀ ਜਿਹੜੀ ਇੱਕ ਰੀਤ ਹੈ ਉਹ ਮੁੱਢ ਕਦੀਮੋਂ ਉਦੋਂ ਤੋਂ ਚੱਲੀ ਆ ਰਹੀ ਹੈ ਜਦੋਂ ਦੀ ਗੁਰੂ ਦੇ ਮੂੰਹ ਚੋਂ ਇਹ ਬੋਲ ਨਿਕਲਦੇ ਨੇ ਕਿ ਦਸਵੰਧ ਕਿਉਂ ਜ਼ਰੂਰੀ ਹੈ। ਕਿਉਂਕਿ ਦਸਵੰਧ ਕੱਢਣ ਦੇ ਨਾਲ ਜਿਹੜੀ ਉਹ ਰਾਸ਼ੀ ਹੁੰਦੀ ਹੈ, ਜੋ ਉਹ ਇਕੱਠਾ ਕੀਤਾ ਜਾਂਦਾ ਦਸਵੰਧ, ਉਸ ਦੇ ਨਾਲ ਜਿਸ ਨੂੰ ਵੀ ਲੋੜ ਹੁੰਦੀ ਹੈ ਉਸ ਦਾ ਭਲਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਰੀਤਾਂ ਦੇ ਮੁਤਾਬਕ ਇਹ ਦਸਵੰਧ ਕੱਢਣ ਦੀ ਪ੍ਰਥਾ ਚੱਲਦੀ ਆਉਂਦੀ ਹੈ ਔਰ ਦਸਵੰਧ ਆਪਣੀ ਮਰਜ਼ੀ ਦੇ ਮੁਤਾਬਕ, ਆਪਣੀ ਕਮਾਈ ਦੇ ਮੁਤਾਬਕ ਹਰ ਕੋਈ ਕੱਢਦਾ ਹੈ। ਕਿਸੇ ਨਾਲ ਵੀ ਕੋਈ ਇਸ ਮਸਲੇ ਦੇ ਵਿੱਚ ਧੱਕਾ ਨਹੀਂ ਕੀਤਾ ਜਾਂਦਾ। ਪਰ ਸਵਾਲ ਉਦੋਂ ਖੜੇ ਹੋ ਜਾਂਦੇ ਨੇ ਜਦੋਂ ਇਹ ਮਸਲੇ ਹਾਈ ਕੋਰਟ ਤੱਕ ਪਹੁੰਚਣ। ਇੱਕ ਮਸਲਾ ਹੋਰ ਹਾਈ ਕੋਰਟ ਤੱਕ ਪਹੁੰਚ ਜਾਂਦਾ ਹੈ, ਜਿਸ ਦੇ ਵਿੱਚ ਇੱਕ ਇਸੇ ਹੀ ਤਰ੍ਹਾਂ ਦੇ ਮਸਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਮਸਲਾ ਗੁਰੂ ਘਰ ਦੇ ਨਾਲ ਜੁੜਿਆ, ਸ਼ਰਧਾ ਦੇ ਨਾਲ ਜੁੜਿਆ, ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜੇ। ਇਸ ਕਰਕੇ ਜਿਹੜੇ ਇਸ ਮਸਲੇ 'ਚ ਰਾਹਤ ਭਾਲਦੇ ਨੇ ਉਹਨਾਂ ਨੂੰ ਰਿਆਇਤਾਂ ਨਹੀਂ ਦਿੱਤੀਆਂ ਜਾ ਸਕਦੀਆਂ। ਇਲਜ਼ਾਮ ਕੀ ਨੇ? ਜਿਹੜੇ ਪਟੀਸ਼ਨ ਕਰਤਾ ਨੇ ਜਾਂ ਜਿਨ੍ਹਾਂ ਨੇ ਉਸ ਤੋਂ ਬਾਅਦ ਜਿਹੜੀ ਆਪਣੀ ਜ਼ਮਾਨਤ ਅਰਜੀ ਪਾਈ, ਉਸ ਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਗੋਲਕ ਦੇ ਵਿੱਚ ਆਈ ਮਾਇਆ ਦਾ ਦੁਰਉਪਯੋਗ ਨਹੀਂ ਕੀਤਾ, ਕਿਸੇ ਵੀ ਤਰ੍ਹਾਂ ਦੇ ਨਾਲ ਅਸੀਂ ਉਸ ਦੀ ਦੁਰਵਰਤੋਂ ਨਹੀਂ ਕੀਤੀ। ਪਰ ਹਾਈ ਕੋਰਟ ਨੇ ਇਸ ਮਸਲੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਤੇ ਜ਼ਮਾਨਤ ਅਰਜੀ ਖਾਰਜ ਕਰਦਿਆਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜਿਹੜਾ ਇਸ ਗੋਲਕ ਨਾਲ ਜੁੜਿਆ ਮਸਲਾ ਹੈ, ਇਸ ਨੂੰ ਲੈ ਕੇ ਜੇਕਰ ਜ਼ਮਾਨਤ ਦੇ ਦਿੱਤੀ ਜਾਂਦੀ ਹੈ, ਅਰਜੀ ਮਨਜ਼ੂਰ ਕਰ ਲਈ ਜਾਂਦੀ ਹੈ, ਤੇ ਇਸ ਦੇ ਨਾਲ ਜਿਹੜੇ ਸੰਬੰਧਿਤ ਲੋਕ ਨੇ, ਜਾਂ ਇਹ ਕਹਿ ਲਈਏ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਿੱਧੇ ਤੌਰ ਦੇ ਉੱਤੇ ਜੇਕਰ ਕੋਈ ਜੁੜਿਆ ਹੁੰਦਾ ਤੇ ਉਹ ਸਿੱਖ ਕੌਮ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ। ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜੇ, ਇਸ ਕਰਕੇ ਅਸੀਂ ਜ਼ਮਾਨਤ ਅਰਜੀ ਇਹ ਰੱਦ ਕਰਦੇ ਹਾਂ ਔਰ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ। ਦਰਅਸਲ ਮਸਲਾ ਜੁੜਿਆ ਹੋਇਆ ਹੈ ਗੁਰਦੁਆਰਾ ਸਾਹਿਬ ਸਿੰਘ ਸਭਾ ਬਰਵਾਲਾ ਦੇ ਨਾਲ। ਹਰਿਆਣਾ ਦੇ ਵਿੱਚ ਇਹ ਪੈਂਦਾ ਹੈ, ਜਿੱਥੇ ਇੱਕ ਮਸਲਾ ਇਹ ਉੱਠਿਆ, ਸ਼ਿਕਾਇਤ ਹੋਈ ਕਿ ਇੱਥੇ ਆਈ ਹੋਈ ਮਾਇਆ ਦੀ ਦੁਰਵਰਤੋਂ ਹੋਈ ਹੈ ਔਰ ਉਸ ਨੂੰ ਆਪਣੇ ਨਿੱਜੀ ਕੰਮਾਂ ਦੇ ਲਈ, ਨਿੱਜੀ ਮੁਫਾਦਾਂ ਦੇ ਲਈ ਵਰਤਿਆ ਗਿਆ। ਦਰਅਸਲ ਇੱਕ ਐਫਡੀ ਵੀ ਹੋਈ ਸੀ ਤੇ ਉਹ 2022 ਦਸੰਬਰ ਤੋਂ ਪਹਿਲਾਂ ਹੀ ਉਸ ਐਫਡੀ ਨੂੰ ਤੋੜ ਲਿਆ ਗਿਆ ਔਰ ਇੱਕ ਨਿੱਜੀ ਕੰਪਨੀ ਦੇ ਖਾਤੇ ਵਿੱਚ ਟਰਾਂਸਫਰ ਵੀ ਕੀਤਾ ਗਿਆ। ਇਸ ਤਰ੍ਹਾਂ ਦਾ ਮਸਲਾ ਜਦੋਂ ਉੱਠਿਆ ਤੇ ਉਸ ਤੋਂ ਬਾਅਦ ਇਹ ਗੱਲ ਨੂੰ ਹੋਰ ਤੂਲ ਫੜ ਲਿਆ ਔਰ ਮਸਲਾ ਪਹੁੰਚ ਜਾਂਦਾ ਹੈ ਅਦਾਲਤਾਂ ਤੱਕ। ਅਦਾਲਤ ਤੱਕ ਮਸਲਾ ਜਦੋਂ ਪਹੁੰਚਿਆ ਤੇ ਹੁਣ ਤਾਜ਼ਾ ਸੁਣਵਾਈ ਜਿਹੜੀ ਹੋਈ ਹੈ ਤੇ ਜਸਟਿਸ ਹਰ ਨਰੇਸ਼ ਸਿੰਘ ਗਿੱਲ ਨੇ ਜਿਹੜੇ, ਉਹਨਾਂ ਨੇ ਦੋਸ਼ੀਆਂ ਦੀ ਜਿਹੜੀ ਜ਼ਮਾਨਤ ਅਰਜੀ ਹੈ ਉਹ ਖਾਰਜ ਕਰ ਦਿੱਤੀ ਹੈ ਤੇ ਨਾਲ ਹੀ ਟਿੱਪਣੀ ਕਰਦੇ ਹੋਏ ਕਿਹਾ ਕਿ ਗੁਰੂ ਘਰ ਪਵਿੱਤਰ ਸਥਾਨ ਹੈ, ਇਸ ਦੇ ਧਨ ਦੀ ਦੁਰਵਰਤੋਂ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਕਰਕੇ ਜਿਹੜੀ ਜ਼ਮਾਨਤ ਅਰਜੀ ਹੈ ਉਹ ਰੱਦ ਕੀਤੀ ਜਾਂਦੀ ਹੈ। ਐਸੇ ਜੁਰਮ ਦੇ ਵਿੱਚ ਜੇਕਰ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਇਸ ਦੇ ਨਾਲ ਗਲਤ ਸੁਨੇਹਾ ਜਾਏਗਾ ਸੰਗਤ ਦੇ ਵਿੱਚ। ਔਰ ਨਾਲ ਇੱਕ ਗੱਲ ਇਹ ਵੀ ਕਹੀ ਗਈ ਹੈ ਕਿ ਮਾਮਲਾ ਗੁਰਦੁਆਰਾ ਸਿੰਘ ਸਭਾ ਬਰਵਾਲਾ ਦਾ ਜਿਹੜਾ ਹੈ ਇਹ ਇਸ ਕਰਕੇ ਸੰਜੀਦਾ ਵੀ ਹੈ ਕਿਉਂਕਿ ਇਸ ਮਸਲੇ ਦੇ ਵਿੱਚ ਜਦੋਂ ਗੋਲਕ ਦੀ ਗੱਲ ਚੱਲੀ ਤਾਂ ਇੱਕ ਐਫਡੀ ਵੀ ਹੋਈ ਸੀ ਤੇ ਐਫਡੀ ਨੂੰ ਪਹਿਲਾਂ ਹੀ ਸਮੇਂ ਰਹਿੰਦਿਆਂ ਤੋੜ ਲਿਆ ਗਿਆ ਔਰ ਤੋੜ ਕੇ ਇੱਕ ਨਿੱਜੀ ਕੰਪਨੀ ਦੇ ਖਾਤੇ ਵਿੱਚ ਉਹ ਜਿਹੜੀ ਮਾਇਆ ਸੀ, ਉਹ ਰਾਸ਼ੀ ਹੈ, ਟਰਾਂਸਫਰ ਕੀਤੀ ਗਈ। ਤਾਂ ਇਹ ਮਸਲੇ ਦੇ ਵਿੱਚ ਜਿਹੜੇ ਜ਼ਮਾਨਤ ਅਰਜੀ ਜਿਨ੍ਹਾਂ ਨੇ ਲਾਈ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ। ਅਦਾਲਤ ਦੇ ਵਿੱਚ ਝਟਕਾ ਦਿੱਤਾ ਗਿਆ, ਇਹ ਕਹਿ ਕੇ ਝਟਕਾ ਦਿੱਤਾ ਗਿਆ ਕਿ ਜੇਕਰ ਇਹ ਜ਼ਮਾਨਤ ਮਨਜ਼ੂਰ ਕਰ ਲਈ ਜਾਂਦੀ ਹੈ ਤੇ ਇਸ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਉਮੀਦ ਹੈ ਅਦਾਲਤ ਤੋਂ, ਉਹਨਾਂ ਦੀਆਂ ਉਮੀਦਾਂ ਵੀ ਟੁੱਟਣਗੀਆਂ ਔਰ ਭਾਵਨਾਵਾਂ ਨੂੰ ਵੀ ਠੇਸ ਪੁੱਜੇਗੀ। ਕਿਉਂਕਿ ਹਰ ਕੋਈ ਦਸਵੰਧ ਦੀ ਜਿਹੜੀ ਰਕਮ ਕੱਢਦਾ ਆਪਣੀ ਕਮਾਈ ਦੇ ਵਿੱਚੋਂ ਹਿੱਸਾ ਪਾਉਂਦਾ ਹੈ ਗੁਰੂ ਘਰਾਂ ਦੇ ਵਿੱਚ, ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਸਕਦੀ ਹੈ। ਤਾਂ ਇਹ ਮਾਮਲਾ ਤੁਹਾਡੇ ਨਾਲ ਇੱਕ ਕੇਸ ਦੇ ਸੰਬੰਧਿਤ ਸੀ ਜਿਹੜਾ ਤੁਹਾਡੇ ਨਾਲ ਸਾਂਝਾ ਕੀਤਾ। ਪਰ ਤੁਹਾਡੇ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਂ ਸਮੇਂ-ਸਮੇਂ ਤੇ ਜਦੋਂ ਵੀ ਕੋਈ ਸ਼੍ਰੋਮਣੀ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਵੀ ਸਵਾਲ ਉੱਠਦੇ ਨੇ ਕਿ ਗੋਲਕ ਦਾ ਸਹੀ ਉਪਯੋਗ ਹੋ ਰਿਹਾ, ਤਾਂ ਜਿਹੜੇ ਪ੍ਰਬੰਧ ਚਲਾਉਣ ਵਾਲੇ ਨੇ ਉਹਨਾਂ ਦੀ ਦਲੀਲ ਇੱਕੋ ਹੀ ਹੁੰਦੀ ਹੈ ਕਿ ਜੋ ਵੀ ਗੋਲਕ ਦੇ ਵਿੱਚ ਮਾਇਆ ਆਵੇਗੀ ਉਸ ਦਾ ਜਿਹੜਾ ਪ੍ਰਯੋਗ ਹੈ, ਉਸ ਦੀ ਜਿਹੜੀ ਵਰਤੋਂ ਹੈ ਉਹ ਸੰਗਤ ਦੀ ਸੁੱਖ ਸਹੂਲਤ ਲਈ ਜਾਂ ਫਿਰ ਜਿਹੜੇ ਦੁਖੀ ਨੇ, ਲੋੜਵੰਦ ਨੇ, ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਕੀਤੀ ਜਾਵੇਗੀ। ਕੋਈ ਵੀ ਨਿੱਜੀ ਕੰਮਾਂ ਦੇ ਲਈ ਉਸ ਦੀ ਵਰਤੋਂ ਨਹੀਂ ਕਰੇਗਾ। ਪਰ ਜਦੋਂ ਸਵਾਲ ਚੁੱਕਣ ਵਾਲੇ ਨੇ ਜਿਹੜੇ ਕਈ ਸਾਬਕਾ ਜਥੇਦਾਰ ਵੀ ਨੇ ਔਰ ਕਈ ਜਿਹੜੇ ਹੋਰ ਆਪਣੇ ਆਪ ਨੂੰ ਲੀਡਰ ਵੀ ਸਮਝਦੇ ਨੇ, ਆਗੂ ਸਮਝਦੇ ਨੇ, ਤੇ ਉਹ ਸਵਾਲ ਇਹ ਵੀ ਚੁੱਕਦੇ ਨੇ
ਜਦੋਂ ਉਹਨਾਂ ਦੇ ਕੋਲੋਂ ਸੱਤਾ ਖੁੱਸ ਜਾਂਦੀ ਹੈ ਤੇ ਉਹ ਕਹਿੰਦੇ ਨੇ ਕਿ ਗੋਲਕ ਦਾ ਜਿਹੜਾ ਦੁਰਵਰਤੋਂ ਹੋ ਰਹੀ ਹੈ, ਜਿਹੜੀ ਮਾਇਆ, ਜਿਹੜੀ ਰਾਸ਼ੀ, ਜਿਹੜਾ ਧਨ ਦੌਲਤ ਆਉਂਦਾ ਹੈ ਗੁਰੂ ਘਰਾਂ ਦੇ ਵਿੱਚ, ਉਹਨਾਂ ਦੀ ਦੁਰਵਰਤੋਂ ਹੁੰਦੀ ਹੈ। ਕੀ ਇਹ ਗੱਲ ਸੱਚ ਹੈ ਜਾਂ ਝੂਠ ਹੈ, ਇਹ ਤਾਂ ਹੁਣ ਸੰਬੰਧਿਤ ਕਮੇਟੀਆਂ ਨੇ ਜਿਹੜੀਆਂ ਉਹ ਸਪਸ਼ਟ ਕਰ ਸਕਦੀਆਂ ਨੇ। ਹਾਲਾਂਕਿ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਣ ਵਾਲੇ ਆਪਣੇ ਪੱਧਰ ਦੇ ਉੱਤੇ ਆਪਣੀ ਕਮਾਈ ਦੇ ਵਿੱਚੋਂ ਹਿੱਸਾ ਜ਼ਰੂਰ ਦਾਨ ਵਿੱਚ ਦਿੰਦੇ ਨੇ, ਪਰ ਉਹਨਾਂ ਦੀ ਵਰਤੋਂ ਤਾਂ ਫਿਰ ਉਸ ਕਮੇਟੀ ਨੇ ਕਰਨੀ ਹੁੰਦੀ ਹੈ, ਸੰਬੰਧਿਤ ਸੰਸਥਾ ਨੇ ਕਰਨੀ ਹੁੰਦੀ ਹੈ। ਜੇਕਰ ਉਹਨਾਂ ਦੇ ਵਿੱਚ ਕੁਝ ਲੋਕ ਬੇਈਮਾਨ ਵੜ ਜਾਣ ਤਾਂ ਫਿਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜੀ ਲੋਕਾਂ ਦੀ ਕਮਾਈ ਦੀ ਦੁਰਵਰਤੋਂ ਨਾ ਹੋਵੇ ਔਰ ਜਿਹੜੀ ਦਸਵੰਧ ਕੱਢਿਆ ਜਾਂਦਾ ਹੈ ਉਸ ਦੀ ਵਰਤੋਂ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਕੀਤੀ ਜਾਵੇ ਤਾਂ ਜ਼ਿਆਦਾ ਵਧੀਆ ਹੋਵੇਗਾ ਤੇ ਲੋਕਾਂ ਦਾ ਵਿਸ਼ਵਾਸ ਵੀ ਬਣਿਆ ਰਹੇਗਾ ਔਰ ਗੁਰੂ ਘਰਾਂ ਦੇ ਵਿੱਚ ਜਿਹੜੇ ਲੋਕ ਆਪਣੀ ਇੱਛਾ ਦੇ ਮੁਤਾਬਕ ਦਾਨ ਦੇਣਾ ਚਾਹੁੰਦੇ ਨੇ ਉਹ ਦਿੰਦੇ ਵੀ ਰਹਿਣਗੇ। ਪਰ ਬਹੁਤੀ ਵਾਰ ਅਜਿਹਾ ਦੇਖਿਆ ਗਿਆ ਕਿ ਜਿਹੜੇ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਨੇ, ਸ਼ੱਕ ਦੀ ਨਜ਼ਰ ਨਾਲ ਦੇਖੀਆਂ ਜਾਂਦੀਆਂ ਸੰਸਥਾਵਾਂ ਨੇ, ਕਮੇਟੀਆਂ ਨੇ, ਤਾਂ ਉਦੋਂ ਉਹਨਾਂ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਔਰ ਆਪਣਾ ਪੂਰਾ ਵੇਰਵਾ ਕਿ ਕਿੰਨਾ ਦਸਵੰਧ ਇੱਕ ਸਾਲ ਦੇ ਵਿੱਚ ਜਾਂ ਇੱਕ ਮਹੀਨੇ ਦੇ ਵਿੱਚ ਉਹਨਾਂ ਕੋਲ ਇਕੱਠਾ ਹੋਇਆ ਔਰ ਉਸ ਦੀ ਜਿਹੜੀ ਵਰਤੋਂ ਹੈ ਉਹ ਕਿੱਥੇ ਕਿੱਥੇ ਕੀਤੀ ਗਈ, ਕਿ ਗੁਰੂ ਘਰ ਦੇ ਵਿੱਚ ਰੱਖੇ ਗਏ ਕਿਸੇ ਨਾ ਕਿਸੇ ਤਰ੍ਹਾਂ ਦੇ ਧਾਰਮਿਕ ਸਮਾਗਮ ਵਿੱਚ ਵਰਤੋਂ ਕੀਤੀ ਗਈ, ਜਾਂ ਫਿਰ ਕਿਸੇ ਲੋੜਵੰਦ ਦੀ ਪੂਰਤੀ ਕੀਤੀ ਗਈ, ਜਾਂ ਫਿਰ ਕਿਸੇ ਆਫਤ ਦੇ ਵੇਲੇ ਕਿਸੇ ਸਮੇਂ ਦੇ ਉੱਤੇ ਮੌਕੇ ਦੇ ਉੱਤੇ ਪਹੁੰਚ ਕੇ ਜਿਹੜੇ ਲੋਕ ਪੀੜਤ ਸੀ ਉਹਨਾਂ ਦੀ ਵਰਤੋਂ ਕੀਤੀ ਗਈ, ਉਹਨਾਂ ਨੂੰ ਲਾਭ ਦਿੱਤਾ ਗਿਆ, ਕਿੱਥੇ ਕਿੱਥੇ ਉਹ ਰਾਸ਼ੀ ਵਰਤੀ ਗਈ, ਕਿੱਥੇ ਕਿੱਥੇ ਉਹ ਦਸਵੰਧ ਵਰਤਿਆ ਗਿਆ। ਇਸ ਦਾ ਵੇਰਵਾ ਜੇਕਰ ਕਮੇਟੀਆਂ ਸੰਸਥਾਵਾਂ ਦਿੰਦੀਆਂ ਰਹਿਣ ਸਮੇਂ ਸਿਰ ਦੇ ਉੱਤੇ ਜਿਹੜੀ ਸੰਬੰਧਿਤ ਸੰਗਤ ਹੁੰਦੀ ਹੈ ਤਾਂ ਕੋਈ ਵੀ ਸ਼ੱਕ ਦੇ ਘੇਰੇ ਵਿੱਚ ਨਹੀਂ ਆਵੇਗਾ। ਜੇਕਰ ਉਹ ਵੇਰਵੇ ਨਹੀਂ ਦਿੱਤੇ ਜਾਂਦੇ, ਸਾਂਝੇ ਨਹੀਂ ਕੀਤੇ ਜਾਂਦੇ, ਤੇ ਉਦੋਂ ਫਿਰ ਕੋਈ ਵੀ ਸਵਾਲ ਪੁੱਛ ਸਕਦਾ ਹੈ, ਕਿਸੇ ਵੀ ਤਰ੍ਹਾਂ ਦੇ ਨਾਲ ਸਵਾਲ ਖੜੇ ਹੋ ਸਕਦੇ ਨੇ। ਪਰ ਜਿਹੜਾ ਤੁਹਾਡੇ ਨਾਲ ਇਸ ਰਿਪੋਰਟ ਦੇ ਵਿੱਚ ਮਾਮਲਾ ਸਾਂਝਾ ਕੀਤਾ ਹੈ ਉਹ ਗੁਰਦੁਆਰਾ ਸਿੰਘ ਸਭਾ ਬਰਵਾਲਾ ਦਾ ਹੈ, ਜਿਹੜਾ ਮਸਲਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ, ਜਿਸ ਦੇ ਵਿੱਚ ਉਹ ਲੋਕ ਘੇਰੇ ਵਿੱਚ ਆ ਗਏ ਸਨ ਜਿਨ੍ਹਾਂ ਨੇ ਐਫਡੀ ਸਮੇਂ ਤੋਂ ਪਹਿਲਾਂ ਤੋੜ ਕੇ ਨਿੱਜੀ ਖਾਤਿਆਂ ਦੇ ਵਿੱਚ ਉਹ ਰਾਸ਼ੀ ਆ ਜਿਹੜੀ ਪਵਾ ਲਈ, ਟ੍ਰਾਂਸਫਰ ਕਰ ਲਈ। ਉਹ ਵਰਤੀ ਕਿੱਥੇ, ਕਿਵੇਂ ਹੋਈ, ਇਹ ਹੁਣ ਉਹੀ ਦੱਸ ਸਕਦੇ ਨੇ, ਜਾਂ ਫਿਰ ਇਹ ਹੁਣ ਅਗਲੀ ਸੁਣਵਾਈ ਦੇ ਦੌਰਾਨ ਅਦਾਲਤ ਤੈਅ ਕਰੇਗੀ ਕਿ ਉਹਨਾਂ ਦੇ ਨਾਲ ਕੀ ਹੋਣਾ ਹੈ। ਹਾਲਾਂਕਿ ਉਹਨਾਂ ਦੀ ਜਿਹੜੀ ਜ਼ਮਾਨਤ ਅਰਜੀ ਹੈ ਉਹ ਜ਼ਰੂਰ ਖਾਰਜ ਕਰ ਦਿੱਤੀ ਗਈ ਹੈ। ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਹੋਰ ਕੀ ਕੁਝ ਅਪਡੇਟ ਆਉਂਦਾ ਹੈ ਔਰ ਸੰਬੰਧਿਤ ਸੰਸਥਾਵਾਂ ਤੇ ਕਮੇਟੀਆਂ ਦੀ ਪਾਰਦਰਸ਼ਤਾ ਕਿਵੇਂ ਬਣੀ ਰਹਿੰਦੀ ਹੈ। ਇਹ ਤਾਂ ਹੁਣ ਕਮੇਟੀਆਂ ਵੀ ਤੈਅ ਕਰਨਗੀਆਂ, ਸੰਸਥਾਵਾਂ ਤੈਅ ਕਰਨਗੀਆਂ। ਔਰ ਐਸਜੀਪੀਸੀ ਨੂੰ ਵੀ ਚਾਹੀਦਾ ਹੈ ਕਿ ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਸਾਹਿਬਾਨ ਦੇ ਜਿੱਥੇ-ਜਿੱਥੇ ਇਤਿਹਾਸਕ ਗੁਰਦੁਆਰੇ ਨੇ ਜਾਂ ਆਪਣੇ ਪੱਧਰ ਦੇ ਉੱਤੇ ਲੋਕਾਂ ਨੇ ਦਸਵੰਧ ਨਾਲ ਇਕੱਠੇ ਕਰਕੇ ਬਣਾਏ ਗੁਰੂ ਘਰ ਨੇ, ਉੱਥੇ ਜਿਹੜੀ ਵੀ ਸੰਸਥਾਵਾਂ ਕਮੇਟੀਆਂ ਚਲਾ ਰਹੀਆਂ ਨੇ ਉਹਨਾਂ ਦੇ ਲਈ ਇੱਕ ਰੂਪਰੇਖਾ ਤਿਆਰ ਕਰ ਲਈ ਜਾਵੇ ਕਿ ਦਸਵੰਧ ਕਿੱਥੋਂ ਵੀ ਆ ਰਿਹਾ ਤੇ ਉਸ ਦੀ ਵਰਤੋਂ ਕਿਵੇਂ ਕਰਨੀ ਹੈ, ਕਿੰਨੇ ਸਮੇਂ 'ਚ ਕਰਨੀ ਹੈ। ਇਸ ਦਾ ਵੀ ਇੱਕ ਕੋਈ ਨਾ ਕੋਈ ਢਾਂਚਾ, ਜਿਹੜਾ ਖਾਕਾ ਜ਼ਰੂਰ ਤਿਆਰ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਸ਼ੱਕ ਦੇ ਘੇਰੇ ਵਿੱਚ ਨਾ ਆ ਸਕੇ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।